ਹੌਲੀ ਹੌਲੀ ਹੁਣ ਲੋਕਾਂ ਨੂੰ ਸਮਝ ਲੱਗਣ ਲੱਗ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਲੋਕਾਂ ਨੂੰ ਕੋਈ ਐਸਾ ਵਧੀਆ ਮੌਕਾ ਦਿਖਦਾ ਜਾਂ ਕੋਈ ਐਸਾ ਆਪਸ਼ਨ ਮਿਲਦੀ ਹੈ, ਵਧੀਆ ਆਪਸ਼ਨ ਮਿਲਦੀ ਹੈ, ਮੈਂ ਨਹੀਂ ਸਮਝਦਾ ਵੀ ਲੋਕ ਇਸ ਸਰਕਾਰ ਨੂੰ ਕਦੀ ਦੁਬਾਰਾ ਲਿਆਉਣਾ ਚਾਹਣਗੇ। ਇਹ ਕੋਈ ਰਿਲੀਫ ਥੋੜੀ ਹੈ, ਇਹ ਤਾਂ ਲੋਕਾਂ ਨਾਲ ਬੇਇਨਸਾਫੀ ਹੈ, ਅਨਿਆਏ ਹੈ। ਇਹ ਲੋਕਾਂ ਨੂੰ ਖੜੇ ਹੋ ਕੇ ਨਿਆਂ ਦੇ ਖਿਲਾਫ ਲੜਨਾ ਪਏਗਾ। ਇਸ ਅਨਿਆਈ ਸਰਕਾਰ ਨੂੰ ਇੱਕ ਵਾਰੀ ਇਹਨੂੰ ਜਵਾਬ ਦੇਣਾ ਪਏਗਾ ਲੋਕਾਂ ਨੂੰ। ਸਾਡੀ ਇਨਵੈਸਟਮੈਂਟ ਵੱਧ ਗਈ, ਕਮਾਈਆਂ ਸਾਡੀਆਂ ਘਟ ਗਈਆਂ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ। ਟਰਾਂਸਪੋਰਟੇਸ਼ਨ ਜਿਹੜੀ 4 ਰੁਪਏ ਦੇ ਵਿੱਚ ਬੰਬਿਓਂ ਗੱਡੀ ਚੱਲਦੀ ਸੀ ਕਿਲੋ ਦੇ ਉੱਤੇ, ਅੱਜ 6 ਰੁਪਏ ਦੇ ਕਿਲੋ ਦੇ ਉੱਤੇ ਪਹੁੰਚ ਗਈ ਹੈ। ਡੀਜ਼ਲ ਦਾ ਇੰਨਾ ਹਾਈ ਰੇਟ ਹੈ, ਮਤਲਬ ਕਿ ਬੰਦੇ ਸੋਚਣ ਲੱਗ ਗਏ ਵੀ ਅਸੀਂ ਕਿੱਦਾਂ ਪੈਦਲ ਚੱਲੀਏ, ਕੀ ਕਰੀਏ। ਸਰਕਾਰ ਕੁਝ ਵੀ ਇਸ ਦੇ ਬਾਰੇ ਨਹੀਂ ਸੋਚ ਰਹੀ। ਲੇਕਿਨ ਅੱਜ ਪੌਣੇ 5 ਸਾਲ ਹੋ ਗਿਆ, ਹਾਲੇ ਤੱਕ 5 ਰੁਪਏ ਬਿਜਲੀ ਮਿਲੀ ਨਹੀਂ ਹੈ। ਲੇਕਿਨ ਦੇਖੋ ਹੁਣ ਕੀ ਹੁੰਦਾ, ਜਦੋਂ ਵੋਟਾਂ ਆਉਣ ਵਾਲੀਆਂ ਸਰਕਾਰਾਂ ਫੈਸਿਲਿਟੀਆਂ ਦੇਣੀਆਂ ਸ਼ੁਰੂ ਕਰ ਦਿੰਦੀਆਂ। ਜਦ ਤੋਂ ਮੋਦੀ ਸਰਕਾਰ ਆਈ ਹੈ, ਵਪਾਰੀਆਂ ਨੇ ਸੁੱਖ ਦਾ ਸਾਹ ਨਹੀਂ ਲਿੱਤਾ। ਆਉਂਦਿਆਂ ਸਾਰ ਨੋਟਬੰਦੀ, ਜਿਹਦੇ ਨਾਲ ਕਈ ਵਪਾਰ ਬੰਦ ਹੋ ਗਏ। ਕੱਚੇ ਮਾਲ ਦੀਆਂ ਕੀਮਤਾਂ ਜਿਹੜੀਆਂ ਨਾ ਜੀ, ਮੈਂ ਪਹਿਲੇ ਇੱਕ ਗੱਲ ਕਹਿ ਚੁੱਕਾ, ਜਮਾਖੋਰੀ ਔਰ ਮੁਨਾਫੇਖੋਰੀ ਦੇ ਖਿਲਾਫ ਸਰਕਾਰ ਦਾ ਕੋਈ ਰਵੱਈਆ ਨਹੀਂ, ਕੋਈ ਸੋਚ ਨਹੀਂ, ਕੋਈ ਪਾਲਿਸੀ ਨਹੀਂ, ਕੋਈ ਢੰਗ ਨਹੀਂ। ਕੋਵਿਡ ਵਿੱਚ ਲੋਕਾਂ ਨੇ ਬਿਜਲੀ ਦੇ ਬਿੱਲ ਨਹੀਂ ਦੇ ਪਾਏ, ਉਹਨਾਂ ਦੇ ਕਨੈਕਸ਼ਨ ਕੱਟਦੇ ਸੀਗੇ। ਸੋ ਅੱਜ ਚਰਚਾ ਕਰਾਂਗੇ ਲੁਧਿਆਣਾ ਤੋਂ, ਜੋ ਕਿ ਮਹਿੰਗਾਈ ਦੀ ਮਾਰ ਦਿਨ ਬ ਦਿਨ ਆਮ ਲੋਕਾਂ 'ਤੇ ਪੈ ਰਹੀ ਹੈ। ਸਰਕਾਰਾਂ ਵੱਲੋਂ ਇਹਦੇ 'ਤੇ ਕੀ ਧਿਆਨ ਨੇ ਔਰ ਕੀ ਪ੍ਰੋਬਲਮਸ ਵਪਾਰੀਆਂ ਨੂੰ ਇੱਥੇ ਆ ਰਹੀਆਂ ਹੈ। ਗੱਲ ਕਰਾਂਗੇ ਅੱਜ ਰਾਧੇ ਸ਼ਾਮ ਮੋਜਾ ਜੀ, ਜੋ ਕਿ ਭਾਰਤੀ ਵਪਾਰ ਮੰਡਲ ਦੇ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਦੇ। ਉਹਨਾਂ ਨੇ ਇਸ ਬਾਰੇ ਚਰਚਾ ਕਰਾਂਗੇ, ਮਹਿੰਗਾਈ ਨੂੰ ਰੋਕਣ ਲਈ ਸਰਕਾਰਾਂ ਕੀ ਕਰ ਰਹੀਆਂ। ਰਾਧੇ ਸ਼ਾਮ, ਤੁਹਾਡਾ ਸਵਾਗਤ ਹੈ ਸਿਟੀ ਹੋਮ 'ਤੇ। ਜੋ ਮਹਿੰਗਾਈ ਦੀ ਮਾਰ ਦਿਨ ਬ ਦਿਨ ਵੱਧ ਰਹੀ ਹੈ, ਉਹਦੇ 'ਤੇ ਵਪਾਰ ਦੇ ਵਿੱਚ ਕੀ ਨੁਕਸਾਨ ਹੋ ਰਿਹਾ, ਕੀ ਮੁਸ਼ਕਲਾਂ ਆ ਰਹੀਆਂ ਵਪਾਰ ਕਰਨ ਦੇ ਵਿੱਚ, ਔਰ ਸਰਕਾਰ ਇਹਦੇ 'ਤੇ ਕੋਈ ਕਦਮ ਕਰ ਰਹੀ ਹੈ, ਜੇ ਕਰ ਰਹੀ ਹੈ ਤਾਂ ਉਹਦਾ ਕੀ ਰਿਜ਼ਲਟ ਨਿਕਲ ਰਿਹਾ। ਜਿੱਥੇ ਤੱਕ ਸਰਕਾਰ ਦੀ ਗੱਲ ਹੈ, ਸਰਕਾਰ ਕੋਈ ਕਦਮ ਨਹੀਂ ਚੁਕਾ ਰਹੀ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਜਦੋਂ ਹੁੰਦੀ ਸੀ ਉਹ ਲੋਕਾਂ ਦੇ ਹਿੱਤ ਦੀ ਗੱਲ ਕਰਦੀ ਸੀ। ਉਹਲੇ ਲੋਕਤੰਤਰ ਜਿਹਨੂੰ ਕਹਿੰਦੇ ਸੀ ਵੀ ਇਹ ਲੋਕਾਂ ਦਾ ਰਾਜ ਹੈ, ਲੋਕਾਂ ਦੇ ਹਿੱਤ ਦੀ ਗੱਲ ਕਰੂਗੇ, ਲੋਕਾਂ ਦੇ ਹਿੱਤ ਵਾਸਤੇ ਪਾਲਿਸੀਆਂ ਬਣਾਉਣਗੇ, ਲੋਕਾਂ ਦੇ ਹਿੱਤ ਵਾਸਤੇ ਸਾਰੇ ਕੰਮ ਕਰਨਗੇ। ਇਹ ਤਾਂ ਲੋਕਾਂ ਦੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਸੋਚਦਾ। ਇਹਨਾਂ ਨੂੰ ਇੱਕੋ ਇੱਕ ਤਰੀਕਾ ਵੀ ਕਿਸ ਤਰ੍ਹਾਂ ਲੋਕਾਂ ਨੂੰ ਮੂਰਖ ਬਣਾ ਕੇ ਵੋਟ ਕਿੱਦਾਂ ਖੋਹਣੀ ਹੈ। ਲੈਣੀ ਨਹੀਂ, ਖੋਹਣੀ ਆ ਵੋਟ। ਇਹਨਾਂ ਨੇ ਸਿਰਫ ਇਹਨਾਂ ਦਾ ਵੋਟ ਖੋਹਣ ਤੋਂ ਸਿਵਾ ਇਹਨਾਂ ਦਾ ਕੋਈ ਹੋਰ ਮਕਸਦ ਨਹੀਂ। ਉੱਥੇ ਸਰਕਾਰ ਬਣਾ ਜਾਈਏ ਸਟੇਟ 'ਚ ਅਤੇ ਆਪਣੀ ਮੁੜ ਕੇ 5 ਸਾਲ ਆਪਾਂ ਲੁੱਟਣਾ ਹੀ ਲੁੱਟਣਾ, ਕੋਈ ਫਰਕ ਨਹੀਂ ਪੈਂਦਾ। ਦੂਸਰੀ ਗੱਲ, ਜਾਂ ਸੈਂਟਰ 'ਚ ਸਰਕਾਰ ਬਣਾਉਣੀ ਹੈ, ਇੱਕ ਵਾਰੀ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਆਪਾਂ ਲੁੱਟ ਕੇ ਬੈਠ ਜਾਈਏ, ਮੁੜ ਕੇ ਦੇਖੀ ਜਾਊਗੀ ਕਿੱਦਾਂ ਵਪਾਰ ਸਰਵਾਈਵ ਕਰੇਗਾ। ਕਦੇ ਵੀ ਨਹੀਂ ਮੈਂ ਸਮਝਦਾ। ਜਦੋਂ ਦੇ ਆਏ ਆ ਮੇਰੇ ਖਿਆਲ ਨਾਲ ਵਪਾਰ ਔਰ ਇੰਡਸਟਰੀ 'ਚ 2014 ਤੋਂ ਬਾਅਦ ਕਮ ਸੇ ਕਮ ਮੈਂ ਤਾਂ ਇੰਨਾ ਜ਼ਰੂਰ ਸੋਚਦਾ ਨਾ, ਇੱਕ ਦਿਨ ਇੱਕ ਵਪਾਰੀ ਔਰ ਇੰਡਸਟਰੀ 'ਚ ਕਦੀ ਚੈਨ ਨਾਲ ਸੋਇਆ ਹੀ ਨਹੀਂ ਹੋਣਾ ਵੀ ਸਵੇਰ ਨੂੰ ਪਤਾ ਨਹੀਂ ਕਿਹੜੀ ਅਮੈਂਡਮੈਂਟ ਪਾ ਦੇਣੀ ਹੈ, ਕੀ ਕਰ ਦੇਣਾ, ਰਾਤ ਨੂੰ 8 ਵਜੇ ਪਤਾ ਨਹੀਂ ਕੀ ਪ੍ਰਧਾਨ ਮੰਤਰੀ ਨੇ ਕੀ ਬੋਲ ਦੇਣਾ, ਕੋਈ ਪਤਾ ਨਹੀਂ ਉਹਨੂੰ 8 ਵਜੇ ਕੀ ਪੈ ਜਾਂਦਾ, ਉਹਦਾ ਹਿਸਾਬ ਕਿਤਾਬ ਕਿੱਦਾਂ ਦਾ ਵਿਗੜ ਜਾਂਦਾ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਸਮਝਦਾ ਨਹੀਂ ਹੈਗਾ। ਹੁਣ ਤਾਂ ਲੋਕ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੂੰਗਾ, ਲੋਕ ਅੱਜ ਕੱਲ੍ਹ ਇਹ ਕਰਨਾ ਚਾਹੁੰਦੇ ਆ ਵੀ ਕਿਸੇ ਤਰੀਕੇ ਅਸੀਂ ਬੱਚੇ ਆਪਣੇ ਫੋਰਨ ਕੱਢ ਦਈਏ, ਇੱਥੋਂ ਪੈਸੇ ਇਕੱਠੇ ਕਰੀਏ, ਫੋਰਨ ਕੱਢ ਦਈਏ, ਔਰ ਇਸੇ ਪਿੱਛੇ ਫੋਰਨ ਦੇ ਜਾਣ ਦਾ ਲੋਕਾਂ ਦਾ ਪ੍ਰਚਲਨ ਵੱਧ ਰਿਹਾ। ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਦੇਸ਼ ਦੇ ਲਈ ਬਹੁਤ ਘਾਤਕ ਹੋਣਗੀਆਂ। ਦੇਸ਼ ਦੀ ਕਿਸੇ ਲੈਵਲ 'ਤੇ, ਕਿਸੇ ਨੀਤੀ 'ਤੇ, ਆਪਾਂ ਰਕਸ਼ਾ ਨੀਤੀ ਲੈ ਲਈਏ, ਕਿਸੇ ਜਗ੍ਹਾ 'ਤੇ ਵੀ ਅਸੀਂ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ। ਚਾਹੇ ਉਹ ਵਪਾਰ ਦੀ ਨੀਤੀ ਹੈ, ਇੰਡਸਟਰੀ ਦੀ ਨੀਤੀ ਹੈ, ਲੋਕਾਂ ਦੇ ਹਿੱਤ ਦੀ ਨੀਤੀ ਹੈ,
ਮਹਿੰਗਾਈ ਦੀ ਹੈ, ਕਿਸੇ ਚੀਜ਼ ਦੇ ਉੱਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਨੂੰ ਸਿਰਫ ਇਹ ਹੈ ਵੀ ਲੋਕ ਕਦੋਂ ਇੱਕ, ਮੈਂ ਸਮਝਦਾ ਉਹ ਸਮਝਦੇ ਵੀ ਸ਼ਾਇਦ ਇਦਾਂ ਹੀ ਆਬਾਦੀ ਅਸੀਂ ਘਟਾ ਕੇ 137 ਕਰੋੜ ਨੂੰ ਇਕੱਲਾ 37 ਕਰੋੜ ਲੈ ਆਈਏ, ਲੋਕੀ ਗਰੀਬ ਵੀ ਮਰ ਜਾਏ, ਮੀਡੀਅਮ ਵੀ ਮਰ ਜਾਏ, ਲੋਕ ਮਹਿੰਗਾਈ ਨਾਲ ਮਰ ਜਾਣ, ਭੁੱਖੇ ਮਰ ਜਾਣਗੇ, ਆਪੇ ਖਤਮ ਹੋ ਜਾਣਗੇ। ਤੁਹਾਡਾ ਕਹਿਣਾ ਵੀ ਵਪਾਰੀਆਂ ਦਾ ਔਰ ਸਰਕਾਰ ਦਾ ਤਾਲਮੇਲ ਕਿਤੇ ਨਾ ਕਿਤੇ ਠੀਕ ਨਹੀਂ ਚੱਲ ਰਿਹਾ, ਜਿਸ ਦੇ ਕਰਕੇ ਵਪਾਰੀਆਂ ਨੂੰ ਕੰਮ ਕਰਨ ਦੇ ਵਿੱਚ, ਆਪਣਾ ਵਪਾਰ ਵਧਾਉਣ ਦੇ ਵਿੱਚ ਪ੍ਰੋਬਲਮਸ ਆ ਰਹੀਆਂ। ਹੁਣ ਤੁਸੀਂ ਇੱਥੇ ਮਾਰਕੀਟ ਦੇ ਵਿੱਚ ਬੈਠੇ ਹੋ, ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ, ਉਹਦੇ ਮਾਲ ਦੇ ਕੱਚੇ ਮਾਲ ਦੇ ਕੀਮਤਾਂ ਵਧਣ ਕਰਕੇ ਤੁਹਾਨੂੰ ਵਪਾਰ ਦੇ ਵਿੱਚ ਕੀ ਅੱਗੇ ਪ੍ਰੋਬਲਮਸ ਆ ਰਹੀਆਂ? ਕੱਚੇ ਮਾਲ ਦੀਆਂ ਕੀਮਤਾਂ ਜਿਹੜੀਆਂ ਨਾ ਜੀ, ਮੈਂ ਪਹਿਲੇ ਇੱਕ ਗੱਲ ਕਹਿ ਚੁੱਕਾ, ਜਮਾਖੋਰੀ ਔਰ ਮੁਨਾਫੇਖੋਰੀ ਦੇ ਖਿਲਾਫ ਸਰਕਾਰ ਦਾ ਕੋਈ ਰਵੱਈਆ ਨਹੀਂ, ਕੋਈ ਸੋਚ ਨਹੀਂ, ਕੋਈ ਪਾਲਿਸੀ ਨਹੀਂ, ਕੋਈ ਢੰਗ ਨਹੀਂ। ਜਦੋਂ ਇਸ ਚੀਜ਼ ਨੂੰ ਹੋਏਗਾ, ਜਿਹੜਾ ਗਰੀਬ ਆਦਮੀ ਤੇ ਮੀਡੀਅਮ ਆਦਮੀ ਉਹ ਵਪਾਰ ਤੇ ਇੰਡਸਟਰੀ ਕਿੱਦਾਂ ਚਲਾ ਪਾਏਗਾ? ਇਹ ਨਹੀਂ ਪਤਾ ਲੱਗਦਾ ਵੀ ਕਿਆ ਬਾਹਰੋਂ ਜਿਹੜਾ ਮਾਲ ਆ ਰਿਹਾ ਉਹਦਾ ਕਿੰਨੇ ਪ੍ਰੋਫਿਟ ਲੈ ਕੇ ਲੋਕ ਇੰਪੋਰਟ ਕਰਕੇ ਵੇਚੀ ਜਾਂਦੇ, ਕਿੰਨਾ ਕੁ ਧੱਕਾ ਹੋ ਰਿਹਾ ਆਮ ਆਦਮੀ ਨਾਲ। ਜਿਹੜੀ ਸਾਡੀ ਆਮ ਆਦਮੀ ਦੀ ਸੋਚ ਤੋਂ ਬਾਹਰ ਹੁੰਦਾ ਉਹ ਹਰ ਗੱਲ ਤੇ ਫਾਇਦਾ ਉਠਾਉਂਦੇ ਆ। ਔਰ ਇਹ ਲੋਕ ਸਾਰੇ ਇੰਡਸਟਰੀ ਦੇ ਟ੍ਰੇਡ ਦੇ ਨਾਲ ਧੱਕਾ ਕਰਨ ਤੋਂ ਸਿਵਾ ਇਹਨਾਂ ਨੂੰ ਕੋਈ ਕੰਮ ਨਹੀਂ ਹੈ। ਇੰਡਸਟਰੀ ਟ੍ਰੇਡ ਮੈਂ ਸਮਝਦਾ ਵੀ ਬਹੁਤ ਲੰਬੇ ਟਾਈਮ ਵਾਸਤੇ, ਅਗਰ ਇੰਡੀਆ 'ਚ ਇਸੇ ਤਰ੍ਹਾਂ ਦੀ ਸਰਕਾਰ ਇਹ ਰਹੀ, ਜੇ ਮੋਦੀ ਦੀ ਪਾਲਿਸੀ ਇਸ ਤਰ੍ਹਾਂ ਹੀ ਲਾਗੂ ਰਹਿੰਦੀਆਂ ਰਹੀਆਂ, ਮੈਂ ਨਹੀਂ ਸਮਝਦਾ ਬਹੁਤੇ ਲੰਬੇ ਟਾਈਮ ਵਾਸਤੇ ਕੋਈ ਆਮ ਜਿਹੜੀ ਸਮਾਲ ਇੰਡਸਟਰੀ, ਮੀਡੀਅਮ ਇੰਡਸਟਰੀ ਜਾਂ ਮੀਡੀਅਮ ਲੋਕ ਜਾਂ ਗਰੀਬ ਆਦਮੀ ਕੋਈ ਸੌਖਾ ਬਚ ਜਾਏਗਾ। ਇਹਨਾਂ ਨੂੰ ਸਿਰਫ ਇੰਨਾ ਹੈ ਵੀ ਅਸੀਂ ਕਿੱਦਾਂ ਨੌਕਰੀ ਪੇਸ਼ਾ ਲੋਕਾਂ ਨੂੰ, ਅਸੀਂ ਉਹਨਾਂ ਨੂੰ ਪੈਸੇ ਤਨਖਾਹਾਂ ਵਧਾ ਕੇ, ਉਹਨਾਂ ਨੂੰ ਆਪਾਂ ਬੋਨਸ ਦੇ ਕੇ, ਉਹਨਾਂ ਲੋਕਾਂ ਨੂੰ ਕਿੱਦਾਂ ਆਪਣੇ ਸਿਰਫ ਵੋਟਾਂ ਲੈਣ ਤੱਕ ਹੈ, ਉਹਨਾਂ ਨੂੰ ਇਹ ਨਹੀਂ ਹੈ ਬਾਕੀ ਦੇਸ਼ ਨਾਲ ਕੀ ਬਣੇਗਾ। ਮੋਦੀ ਸਰਕਾਰ ਤਾਂ ਹੁਣ ਕਹਿ ਰਹੀ ਵੀ ਅਸੀਂ ਪੈਟਰੋਲ ਦੇ ਰੇਟ ਵੀ ਘਟਾਏ ਨੇ ਔਰ ਅੱਗੇ ਵੀ ਅਸੀਂ ਫਰਦਰ ਜੋ ਸਿਸਟਮ ਬਣੇਗਾ ਉਹ 'ਤੇ ਹੋਰ ਵੀ ਅਸੀਂ ਸਹੂਲਤਾਂ ਦੇਵਾਂਗੇ ਲੋਕਾਂ ਨੂੰ, ਉਹ ਤਾਂ ਬਾਰ-ਬਾਰ ਕਹਿ ਰਹੀ ਹੈ। ਬਹੁਤ ਜੀ, ਜਦੋਂ ਤੁਸੀਂ ਅੱਜ 2014 ਦੇ ਕਰੂਡ ਆਇਲ ਦੇ ਰੇਟ ਪਤਾ ਕਰ ਲਓ, ਅੱਜ ਦੇ ਰੇਟ ਪਤਾ ਕਰ ਲਓ, ਕਿੰਨਾ ਕੁ ਫਰਕ ਹੈ। ਉਹ ਰੇਟ 2 ਗੁਣੇ ਤੋਂ 2.25 ਗੁਣਾ ਰੇਟ ਹੈ, 2.5 ਗੁਣਾ ਰੇਟ ਹੈ। ਇਹ ਕਹਿੰਦੇ ਘਟਾਏ ਕਿੱਥੇ ਹੈ? ਉਹ ਕਹਿੰਦੇ ਵੀ 60 ਰੁਪਏ ਵਧਾ ਕੇ 70 ਰੁਪਏ ਵਧਾ ਕੇ 7 ਰੁਪਏ ਘਟਾਤੇ, ਕਹਿੰਦਾ ਲੈ ਬਈ ਤੁਹਾਨੂੰ ਰਿਲੀਫ ਦੇਤੀ, ਤੁਹਾਨੂੰ ਰਿਲੀਫ ਦੇਤੀ। ਇਹ ਕੋਈ ਰਿਲੀਫ ਥੋੜ੍ਹੀ ਹੈ, ਇਹ ਤਾਂ ਲੋਕਾਂ ਨਾਲ ਬੇਇਨਸਾਫੀ ਹੈ, ਅਨਿਆਏ ਹੈ। ਇਹ ਲੋਕਾਂ ਨੂੰ ਖੜੇ ਹੋ ਕੇ ਨਿਆਂ ਦੇ ਖਿਲਾਫ ਲੜਨਾ ਪਏਗਾ। ਇਸ ਅਨਿਆਈ ਸਰਕਾਰ ਨੂੰ ਇੱਕ ਵਾਰੀ ਇਹਨੂੰ ਜਵਾਬ ਦੇਣਾ ਪਏਗਾ ਲੋਕਾਂ ਨੂੰ। ਹੌਲੀ ਹੌਲੀ ਹੁਣ ਲੋਕਾਂ ਨੂੰ ਸਮਝ ਲੱਗਣ ਲੱਗ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਲੋਕਾਂ ਨੂੰ ਕੋਈ ਐਸਾ ਵਧੀਆ ਮੌਕਾ ਦਿਖਦਾ ਜਾਂ ਕੋਈ ਐਸਾ ਆਪਸ਼ਨ ਮਿਲਦੀ ਹੈ, ਵਧੀਆ ਆਪਸ਼ਨ ਮਿਲਦੀ ਹੈ, ਮੈਂ ਨਹੀਂ ਸਮਝਦਾ ਵੀ ਲੋਕ ਇਸ ਸਰਕਾਰ ਨੂੰ ਕਦੀ ਦੁਬਾਰਾ ਲਿਆਉਣਾ ਚਾਹਣਗੇ। ਸੋ ਸਾਡੇ ਨਾਲ ਹੁਣ ਮੌਜੂਦ ਨੇ ਸੁਸ਼ੀਲ ਕੁਮਾਰ ਜੀ, ਜੋ ਕਿ ਲੁਧਿਆਣਾ ਤਿੱਬਤੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਔਰ ਹਜੂਰੀ ਰੋਡ ਦੇ ਵੀ ਚੇਅਰਮੈਨ ਨੇ। ਇਹਨਾਂ ਨਾਲ ਗੱਲ ਕਰਾਂਗੇ, ਚਰਚਾ ਕਰਾਂਗੇ ਮਹਿੰਗਾਈ ਦੇ। ਸਰ, ਮਹਿੰਗਾਈ ਜੋ ਦਿਨ ਬ ਦਿਨ ਵੱਧ ਰਹੀ ਹੈ, ਉਹਦੇ ਉੱਤੇ ਕੀ ਦਿੱਕਤਾਂ, ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਪਾਰੀਆਂ ਨੂੰ, ਇਹਦੇ 'ਤੇ ਚਰਚਾ ਕਰਾਂਗੇ। ਦੇਖੋ ਜੀ, ਜਿਹੜੀ ਮਹਿੰਗਾਈ ਵੱਧ ਰਹੀ ਹੈ, ਇੱਕ ਤਾਂ ਜਿਹੜਾ ਸਾਡਾ ਅੱਗੇ 100 ਰੁਪਏ ਦੀ ਚੀਜ਼ ਸੀ, ਅੱਜ 150 ਰੁਪਏ ਦੀ ਹੋ ਗਈ। ਸਾਡੀ ਇਨਵੈਸਟਮੈਂਟ ਵੱਧ ਗਈ, ਕਮਾਈਆਂ ਸਾਡੀਆਂ ਘਟ ਗਈਆਂ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ। ਟਰਾਂਸਪੋਰਟੇਸ਼ਨ ਜਿਹੜੀ 4 ਰੁਪਏ ਦੇ ਵਿੱਚ ਬੰਬਿਓਂ ਗੱਡੀ ਚੱਲਦੀ ਸੀ ਕਿਲੋ ਦੇ ਉੱਤੇ, ਅੱਜ 6 ਰੁਪਏ ਦੇ ਕਿਲੋ ਦੇ ਉੱਤੇ ਪਹੁੰਚ ਗਈ ਹੈ। ਡੀਜ਼ਲ ਦਾ ਇੰਨਾ ਕੁ ਹਾਈ ਰੇਟ ਹੈ, ਮਤਲਬ ਕਿ ਬੰਦੇ ਸੋਚਣ ਲੱਗ ਗਏ ਵੀ ਅਸੀਂ ਕਿੱਦਾਂ ਪੈਦਲ ਚੱਲੀਏ, ਕੀ ਕਰੀਏ। ਸਰਕਾਰ ਕੁਝ ਵੀ ਇਸ ਦੇ ਬਾਰੇ ਨਹੀਂ ਸੋਚ ਰਹੀ, ਕਿਉਂਕਿ ਸਰਕਾਰ ਨੂੰ ਸਿਰਫ ਇੱਕ ਆਪਣੀਆਂ ਸੀਟਾਂ ਜਾਂ ਆਪਣਾ ਰਾਜ ਹੈ ਉਹਦੇ ਬਾਰੇ ਸੋਚਣਾ। ਜਦੋਂ ਕੈਪਟਨ ਸਰਕਾਰ ਆਈ ਸੀ, ਉਹਨਾਂ ਨੇ ਕਿਹਾ ਸੀ ਅਸੀਂ 5 ਰੁਪਏ ਬਿਜਲੀ ਉਦਯੋਗਪਤੀਆਂ ਨੂੰ ਦਿਆਂਗੇ, ਲੇਕਿਨ ਅੱਜ ਪੌਣੇ 5 ਸਾਲ ਹੋ ਗਿਆ, ਹਾਲੇ ਤੱਕ 5 ਰੁਪਏ ਬਿਜਲੀ ਮਿਲੀ ਨਹੀਂ ਹੈ। ਲੇਕਿਨ ਦੇਖੋ ਹੁਣ ਕੀ ਹੁੰਦਾ, ਜਦੋਂ ਵੋਟਾਂ ਆਉਣ ਵਾਲੀਆਂ ਸਰਕਾਰਾਂ ਫੈਸਿਲਿਟੀਆਂ ਦੇਣੀਆਂ ਸ਼ੁਰੂ ਕਰ ਦਿੰਦੀਆਂ। ਉਹ 3 ਮਹੀਨਿਆਂ ਲਈ ਇੱਕ ਸਬਕ ਬਾਗ ਹੈ, ਉਸ ਤੋਂ ਬਾਅਦ ਫਿਰ ਇਹਨਾਂ ਨੇ ਬਦਲ ਜਾਣਾ। ਲੇਕਿਨ ਮਹਿੰਗਾਈ ਆਮ ਬੰਦੇ ਲਈ ਬੜਾ ਪਰੇਸ਼ਾਨ ਕਰਦੀ ਵੀ ਹੈ। ਜਿਸ ਬੰਦੇ ਨੂੰ ਦਾਲ ਸਿਲੰਡਰ ਉਹ ਲੈਣਾ ਪੈਂਦਾ, ਪਤਾ ਉਹਨੂੰ ਲੱਗਦਾ। ਜਿਹੜੀ ਇੰਡੀਆ ਦੀ 90% ਜਿਹੜੀ ਆਬਾਦੀ ਹੈ, ਉਸ ਨੂੰ ਮਹਿੰਗਾਈ ਬਾਰੇ ਪਤਾ, 10% ਬੰਦਿਆਂ ਨੂੰ ਮਹਿੰਗਾਈ ਦੇ ਬਾਰੇ। ਪਰ ਚੰਨੀ ਸਰਕਾਰ ਤਾਂ ਬਹੁਤ ਵੱਡੇ ਦਾਅਵੇ ਕਰ ਰਹੀ ਵੀ ਅਸੀਂ ਬੜਾ ਕੁਝ ਕਰ ਰਹੇ ਹਾਂ ਲੋਕਾਂ ਲਈ, ਆਮ ਲੋਕਾਂ ਲਈ। ਦੇਖੋ ਜੀ, ਦਾਅਵੇ ਕਰ ਰਹੀ ਹੈ, ਦਾਅਵੇ ਸਾਹਮਣੇ ਨਜ਼ਰ ਆਣ ਕੇ ਤਾਂ ਪਤਾ ਲੱਗੂਗਾ ਨਾ ਜੀ। ਦਾਅਵੇ ਤਾਂ 5 ਸਾਲ ਪਹਿਲੇ ਵੀ ਕੈਪਟਨ ਸਾਹਿਬ ਨੇ ਕੀਤਾ ਸੀਗਾ ਵੀ ਅਸੀਂ ਸਮਾਰਟਫੋਨ ਦਿਆਂਗੇ, ਨੌਕਰੀਆਂ ਦਿਆਂਗੇ, 5 ਰੁਪਏ ਬਿਜਲੀ ਦਿਆਂਗੇ, ਲੇਕਿਨ ਉਹ ਹਾਲੇ ਤੱਕ ਤਾਂ ਮਿਲੀ ਨਹੀਂ। ਦਾਅਵਿਆਂ ਦੇ ਨਾਲ ਤਾਂ ਬਹੁਤ ਕੁਝ ਕਹਿਣ ਨੂੰ ਤਾਂ ਬੜਾ ਕੁਛ ਹੈ ਜੀ, ਲੇਕਿਨ ਜਦੋਂ ਸਾਹਮਣੇ ਨਜ਼ਰ ਆਊਗਾ ਉਦੋਂ ਨਜ਼ਰ ਆਊਗਾ ਅਸੀਂ ਤਾਰੀਫ ਵੀ ਕਰਾਂਗੇ ਚੰਨੀ ਸਾਹਿਬ ਦੀ। ਇਹ ਨਹੀਂ ਕਹਿੰਦੇ ਚੰਨੀ ਸਾਹਿਬ ਸੀਐਮ ਬਹੁਤ ਵਧੀਆ ਨੇ, ਸਭ ਕੁਝ ਵਧੀਆ, ਲੇਕਿਨ ਜਦੋਂ ਸਾਹਮਣੇ ਨਜ਼ਰ ਆਏਗਾ ਉਦੋਂ ਅਸੀਂ ਸਰਕਾਰ ਦੀ ਤਾਰੀਫ ਵੀ ਕਰਾਂਗੇ ਜੀ। ਹੁਣ ਰੀਸੈਂਟਲੀ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਮਾਹੌਲ ਬਹੁਤ ਖਰਾਬ ਹੋ ਗਿਆ ਸੀ,
ਤੁਹਾਡਾ ਮੈਕਸਿਮਮ ਕੰਮ ਗਾਰਮੈਂਟ ਦਾ ਜੰਮੂ ਕਸ਼ਮੀਰ ਨਾਲ ਬਹੁਤ ਰਿਲੇਟਡ ਹੈ। ਉਹ ਮਾਹੌਲ ਖਰਾਬ ਹੋਣ ਦੇ ਕਾਰਨ ਤੁਹਾਡੇ ਵਪਾਰ ਦੇ ਵਿੱਚ ਕੀ ਮੁਸ਼ਕਲਾਂ ਆਈਆਂ? ਦੇਖੋ ਜੀ, ਵਪਾਰ ਦੇ ਉੱਤੇ ਮੁਸ਼ਕਲਾਂ ਆਉਂਦੀਆਂ। ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ ਭਰਾ ਹੈ ਬਿਜ਼ਨਸ ਕਰਦੇ ਆ, ਉਹ ਉੱਥੇ ਮਾਲ ਭੇਜਦੇ ਆ, ਲੇਕਿਨ ਉਹ ਜਦੋਂ ਮਾਹੌਲ ਖਰਾਬ ਹੋ ਜਾਂਦਾ ਉਹਨਾਂ ਦੀਆਂ ਪੇਮੈਂਟਾਂ ਰੁਕ ਜਾਂਦੀਆਂ। ਪੇਮੈਂਟਾਂ ਰੁਕਣ ਨਾਲ ਇੱਥੇ ਆ ਕੇ ਵੀ ਪੇਮੈਂਟਾਂ ਰੁਕ ਜਾਂਦੀਆਂ। ਇੱਕ ਜਦੋਂ ਉੱਥੇ ਪੇਮੈਂਟ ਜਾਂ ਲੈਣ ਜਾਂਦਾ ਹੈ, ਉਹਦਾ ਜਿਹੜਾ ਪਿੱਛੇ ਪਰਿਵਾਰ ਬੈਠਾ ਹੈ ਉਹਨੂੰ ਬਹੁਤ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਕਈ ਏਰੀਆ ਦੇ ਵਿੱਚ ਮੋਬਾਈਲ ਦਾ ਨੈਟਵਰਕ ਵੀ ਨਹੀਂ ਮਿਲਦਾ, ਇੱਕ ਉੱਥੇ ਕੈਸ਼ ਕਾਰਡ ਨਹੀਂ ਚੱਲਦਾ, ਬਿਲਿੰਗ ਵਾਲਾ ਚੱਲਦਾ। ਲੇਕਿਨ ਅੱਜ 80% ਲੋਕ ਜਿਹੜੇ ਆ ਕੈਸ਼ ਕਾਰਡ ਨੂੰ ਯੂਜ਼ ਕਰ ਰਹੇ ਆ। ਉਹ ਪਰੇਸ਼ਾਨੀਆਂ ਹੋਣ ਕਰਕੇ ਲੋਕ ਜਿਹੜਾ ਉੱਥੇ ਦਾ ਕਾਰੋਬਾਰ ਹੈ ਕਰਨਾ ਘੱਟ ਜਾਂਦੇ ਆ। ਇਸ ਲਈ ਉਹਦਾ ਇਫੈਕਟ ਜਿਹੜਾ ਸਾਡੇ ਇੱਥੇ ਇੰਡਸਟਰੀ ਥੋੜ੍ਹੀ ਘੱਟ ਜਾਂਦੀ ਹੈ। ਜਦ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ, ਮੈਂ ਬਤੌਰ ਪ੍ਰੈਜ਼ੀਡੈਂਟ ਭਾਰਤੀ ਵਪਾਰ ਮੰਡਲ ਹਰ ਵਪਾਰੀ ਨੂੰ ਮਿਲਿਆ ਔਰ ਹਰ ਵਪਾਰੀ ਦੇ ਵਿਚਾਰ ਜਾਣਨ ਤੋਂ ਬਾਅਦ ਇੱਕ ਸਿੱਟੇ ਤੇ ਪਹੁੰਚਿਆ ਕਿ ਜਦ ਤੋਂ ਮੋਦੀ ਸਰਕਾਰ ਆਈ ਹੈ, ਵਪਾਰੀਆਂ ਨੇ ਸੁੱਖ ਦਾ ਸਾਹ ਨਹੀਂ ਲਿੱਤਾ। ਆਉਂਦਿਆਂ ਸਾਰ ਨੋਟਬੰਦੀ, ਜਿਹਦੇ ਨਾਲ ਕਈ ਵਪਾਰ ਬੰਦ ਹੋ ਗਏ, 150 ਦੇ ਕਰੀਬ ਲੋਕ ਮਰ ਗਏ। ਔਰ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਸੀ ਕਿ ਜਿਹੜਾ ਨੋਟਬੰਦੀ ਹੋਣ ਤੋਂ ਬਾਅਦ ਆਹ ਰਿਜ਼ਲਟ ਮਿਲੇਗਾ, ਉਹ ਰਿਜ਼ਲਟ ਨਹੀਂ ਮਿਲੇ, ਬਲਕਿ ਉਹਦੇ ਅਗੇਂਸਟ ਗਏ। ਇਹ ਕਹਿੰਦੇ ਜੀ ਕਾਲਾ ਧਨ ਬਾਹਰ ਆਏਗਾ। 99.7% ਨੋਟ ਜਿਹੜੇ ਸੀ ਉਹ ਸਾਰੇ ਅੰਦਰ ਆ ਗਏ। ਕਾਲਾ ਧਨ ਕਿੱਥੇ ਗਿਆ? ਫਿਰ ਇਹਨਾਂ ਨੇ ਕਿਹਾ ਜੀ ਅਸੀਂ 15-15 ਲੱਖ ਰੁਪਏ ਹਰੇਕ ਦੇ ਖਾਤੇ 'ਚ ਪਾਵਾਂਗੇ। ਉਹਨੂੰ ਜੁਮਲਾ ਕਹਿ ਕੇ ਇਹਨਾਂ ਨੇ ਕਰਾਰ ਦੇ ਦਿੱਤਾ। ਫਿਰ GST ਆ ਗਈ। GST ਬਾਰੇ ਅੱਜ ਤੱਕ ਕਿਸੇ ਵੀ ਅਫਸਰ ਨੂੰ ਵੀ ਉਹਦੀ ਪੂਰੀ ਜਾਣਕਾਰੀ ਨਹੀਂ ਹੈ। ਐਨੇ ਸਾਲ ਦੇ ਦਿਨ ਨਹੀਂ ਜਿੰਨੇ ਉਹਦੇ ਵਿੱਚ ਅਮੈਂਡਮੈਂਟਾਂ ਹੋ ਚੁੱਕੀਆਂ, 1000 ਤੋਂ ਉੱਪਰ ਅਮੈਂਡਮੈਂਟਾਂ ਹੋ ਚੁੱਕੀਆਂ। ਸਰਕਾਰ ਦੀ ਆਪਣੀ ਸਥਿਰਤਾ ਨਹੀਂ, ਆਪਣੀ ਸਮਝ ਨਹੀਂ, ਆਪਣੀ ਨੀਤੀ ਨਹੀਂ। ਔਰ ਉਹਨਾਂ ਮੋਦੀ ਸਰਕਾਰ ਦੀ ਨਾ ਨੀਤੀ ਹੈ ਨਾ ਨੀਅਤ ਹੈ। ਇਹੀ ਕਾਰਨ ਹੈ ਕਿ ਵਪਾਰੀ ਦੁਖੀ ਹੈ, ਇੰਡਸਟਰੀਲਿਸਟ ਦੁਖੀ ਹੈ। ਔਰ ਮੈਨੂੰ ਨਹੀਂ ਲੱਗਦਾ ਵੀ ਸਮਾਲ ਸਕੇਲ ਸੈਕਟਰ ਨਾਲ ਇਸ ਸਰਕਾਰ ਦੀ ਕੋਈ ਹਮਦਰਦੀ ਹੈ, ਕਿਉਂਕਿ ਸਰਕਾਰ ਨੇ ਅੱਜ ਤੱਕ ਜਿਹੜੀਆਂ ਵੀ ਨੀਤੀਆਂ ਬਣਾਈਆਂ, ਜੋ ਵੀ ਪਾਲਿਸੀਜ਼ ਬਣਾਈਆਂ, ਉਹ ਕਾਰਪੋਰੇਟ ਸੈਕਟਰ ਨੂੰ ਮੱਦੇਨਜ਼ਰ ਰੱਖ ਕੇ ਬਣਾਈਆਂ। ਇਹੀ ਕਾਰਨ ਹੈ ਵੀ ਅੱਜ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ 1 ਸਾਲ ਹੋ ਗਿਆ। ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਰਹਿੰਗੀ। ਔਰ ਸਾਰੀ ਜਿਹੜਾ ਲੋ ਲੈਵਲ ਦਾ ਜਿਹੜਾ ਸਾਡਾ ਹਿੰਦੁਸਤਾਨ ਦਾ ਵਾਸੀ ਹੈ, ਉਹਦੀ ਇਕਨੋਮੀ ਸਾਰੀ ਹਿੱਲ ਗਈ। ਔਰ ਉਸ ਤੋਂ ਬਾਅਦ ਜੇਕਰ ਇਹ ਵੱਡੇ ਸੈਕਟਰ ਕਿਸੇ ਵੀ ਚੀਜ਼ ਦਾ ਰਾ ਮਟੀਰੀਅਲ ਦਾ ਰੇਟ ਵਧਾਉਂਦੇ ਹੈ, ਸਰਕਾਰ ਉਹਨੂੰ ਕੰਟਰੋਲ ਕਰਨ ਵਿੱਚ ਨਾ ਇੰਟਰਸਟਡ ਹੈ, ਨਾ ਉਹ ਚਾਹੁੰਦੀ ਹੈ। ਇਸੇ ਕਰਕੇ ਮਹਿੰਗਾਈ ਵੱਧ ਰਹੀ ਹੈ। ਅੱਜ ਤੁਸੀਂ ਦੇਖੋ ਪੈਟਰੋਲ ਔਰ ਡੀਜ਼ਲ ਕਿੱਥੇ ਪਹੁੰਚ ਗਿਆ। 28 ਰੁਪਏ ਇਹਨਾਂ ਨੇ ਡੀਜ਼ਲ ਵਧਾ ਕੇ 5 ਰੁਪਏ ਘਟਾਤਾ, ਜਦ ਕਿ ਡੀਜ਼ਲ ਦੀ ਬੜੀ ਜ਼ਰੂਰਤ ਹੈ, ਖਾਸ ਕਰ ਕਿਸਾਨਾਂ ਨੂੰ, ਕਿਉਂਕਿ ਇਹਨਾਂ ਨੇ ਤਾਂ ਕਿਸਾਨਾਂ ਦਾ ਨੁਕਸਾਨ ਕਰਨਾ ਹੈ। ਅੱਜ DAP ਖਾਦ ਨਹੀਂ ਮਿਲ ਰਹੀ ਉਹਨਾਂ ਨੂੰ। ਜਦੋਂ ਮਹਿੰਗੀ ਖਰੀਦਣਗੇ ਅੱਗੇ ਅੰਨ ਵੀ ਮਹਿੰਗਾ ਵੇਚਣਗੇ, ਉਹਦੇ ਨਾਲ ਵੀ ਮਹਿੰਗਾਈ ਵਧੇਗੀ। ਅੱਜ ਧਾਗਾ ਜਿਹੜਾ ਪਿੱਛੇ 150 ਔਰ 200 ਦੇ ਦਰਮਿਆਨ ਸੀ, ਅੱਜ 300 ਵੀ ਟੱਪ ਗਿਆ। ਉਹ 300 ਟੱਪਣ ਨਾਲ ਧਾਗੇ ਦੇ ਅੱਗੇ ਹੌਜ਼ਰੀ ਮਹਿੰਗੀ ਹੋ ਗਈ, ਗਰੀਬ ਆਦਮੀ ਦੀ ਜੇਬ ਤੋਂ ਬਾਹਰ ਹੋ ਗਈ। ਔਰ ਸਰਕਾਰ ਨੂੰ ਚਾਹੀਦਾ ਹੈ ਇਹਦੇ ਉੱਪਰ ਕੋਈ ਕੰਟਰੋਲ ਕਰੇ, ਕੋਈ ਪ੍ਰਾਈਸ ਕੰਟਰੋਲ ਲਈ ਪਾਲਿਸੀ ਲਿਆਵੇ। ਅੱਜ ਤੱਕ ਸਰਕਾਰ ਨੇ ਕੋਈ ਪਾਲਿਸੀ ਨਹੀਂ ਲਿਆਂਦੀ। ਫਿਰ ਇਹਨਾਂ ਨੇ 5 ਰੁਪਏ ਡੀਜ਼ਲ ਘਟਾ ਕੇ 10 ਰੁਪਏ ਪੈਟਰੋਲ ਘਟਾ ਕੇ ਸਟੇਟ ਗੌਰਮੈਂਟਾਂ ਨੂੰ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਵੀ ਵੈਟ ਘਟਾਓ। ਔਰ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ, ਜਿਨ੍ਹਾਂ ਨੇ 10 ਰੁਪਏ ਡੀਜ਼ਲ ਔਰ 5 ਰੁਪਏ ਪੈਟਰੋਲ ਘਟਾਇਆ। ਅਤੇ ਇਸ ਕਰਕੇ ਜਿਹੜੀ ਆ ਉਹਨਾਂ ਨੇ ਇਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਔਰ ਐਮਪਲਾਇਮੈਂਟ ਜਨਰੇਟ ਕਰਨ ਲਈ 36,000 ਲੋਕਾਂ ਨੂੰ ਉਹਨਾਂ ਨੇ ਪੱਕੇ ਕਰਤਾ। ਜਿਹੜੇ ਕੋਵਿਡ ਵਿੱਚ ਲੋਕਾਂ ਨੇ ਬਿਜਲੀ ਦੇ ਬਿੱਲ ਨਹੀਂ ਦੇ ਪਾਏ, ਉਹਨਾਂ ਦੇ ਕਨੈਕਸ਼ਨ ਕੱਟਦੇ ਸੀਗੇ, ਉਹਨਾਂ ਨੇ 2 ਕਿਲੋਵਾਟ ਤੱਕ ਉਹ ਬਿਜਲੀ ਦੇ ਬਿੱਲ ਹੀ ਮਾਫ ਕਰਤੇ। ਗਰੀਬ ਨੂੰ ਮਦਦ ਚਾਹੀਦੀ ਹੈ, ਮਹਿੰਗਾਈ ਨਹੀਂ ਚਾਹੀਦੀ। ਜੇ ਮਹਿੰਗਾਈ ਹੋ ਗਈ, ਮੰਨ ਲਓ ਸਰਕਾਰ ਦੀ ਉਹ ਬਿਯੋਂਡ ਕਪੈਸਿਟੀ ਹੋ ਗਈ, ਤਾਂ ਸਰਕਾਰ ਨੂੰ ਚਾਹੀਦਾ ਉਹਨਾਂ ਲੋਕਾਂ ਬਾਰੇ ਉਹ ਸੋਚੇ। ਜੇਕਰ ਸਰਕਾਰ ਨਹੀਂ ਸੋਚਦੀ ਤਾਂ ਉਹ ਸਰਕਾਰ ਪੂਰੀ ਤਰ੍ਹਾਂ ਫੇਲ ਹੈ। ਉਹ ਮਹਿੰਗਾਈ ਨੂੰ ਕੰਟਰੋਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਸਰਕਾਰ ਤਾਂ ਸਾਰਿਆਂ ਦੀ ਧਿਆਨ ਕਰਨ ਵਾਲੀ ਸਰਕਾਰ ਹੁੰਦੀ ਹੈ। ਇਹ ਸਰਕਾਰ ਸਿਰਫ ਆਪਣੇ 5-7 ਕਾਰਪੋਰੇਟ ਸੈਕਟਰ ਦੇ ਦੋਸਤਾਂ ਦਾ ਧਿਆਨ ਰੱਖਦੀ ਹੈ। ਇਸੇ ਕਰਕੇ ਗਰੀਬ ਆਦਮੀ ਹੋਰ ਗਰੀਬ ਹੁੰਦਾ ਜਾ ਰਿਹਾ ਹੈ, ਅਮੀਰ ਆਦਮੀ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਅੱਜ ਇਹਨਾਂ ਦੇ ਮਿੱਤਰ ਅਡਾਨੀ ਦੀ
568% ਕੈਪੀਟਲ ਵੱਧ ਗਈ, ਪ੍ਰਾਪਰਟੀ ਵੱਧ ਗਈ, ਅਡਾਨੀ ਦੀ ਵੱਧ ਗਈ, ਅੰਬਾਨੀ ਦੀ ਵੱਧ ਗਈ, ਹੋਰ ਜਿਹੜੇ ਇਹਨਾਂ ਦੇ ਮਿੱਤਰ ਹੈ ਉਹਨਾਂ ਦੀ ਵੱਧ ਗਈ ਔਰ ਗਰੀਬਾਂ ਦੀ ਘਟ ਗਈ। ਸਾਡੀ ਪਰ ਕੈਪੀਟਾ ਇਨਕਮ ਵੀ ਘਟ ਗਈ। ਅਸੀਂ ਪਹਿਲੋਂ ਡਿਵੈਲਪਿੰਗ ਕੰਟਰੀਜ਼ ਵਿੱਚ ਸਾਡਾ ਨਾਂ ਸੀ, ਅੱਜ ਉੱਥੋਂ ਵੀ ਅਸੀਂ ਨਿਕਲ ਗਏ। ਸਾਡਾ ਗਰੀਬੀ ਰੇਖਾ ਤੋਂ ਨੀਚੇ ਵਿੱਚ ਲਿਸਟ ਵਿੱਚ ਸਾਡਾ ਅਸੀਂ 79ਵੇਂ ਤੇ ਸੀ, 79 ਨੰਬਰ ਸੀ, ਅੱਜ 84 ਹੋ ਗਿਆ। ਲੇਕਿਨ ਸਰਕਾਰ ਨੂੰ ਇਹਦੇ 'ਤੇ ਕੋਈ ਅਸਰ ਹੀ ਨਹੀਂ। ਤੁਸੀਂ ਇਹ ਦੇਖੋ, ਅੱਜ ਵੀ ਮੋਦੀ ਸਾਹਿਬ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਸਪੀਚਾਂ ਕਰਦੇ ਨੇ, ਕਦੀ ਉਹਨਾਂ ਨੇ ਕਿਸੇ ਗਰੀਬ ਬਾਰੇ ਕੋਈ ਗੱਲ ਨਹੀਂ ਕੀਤੀ। ਸੋ ਜੇ ਸਰਕਾਰ ਇਹ ਮਹਿੰਗਾਈ ਨੂੰ ਰੋਕਣ ਲਈ ਕੋਈ ਸਟੈਪ ਨਹੀਂ ਉਠਾਏਗੀ ਤਾਂ ਇਹ ਸਰਕਾਰ ਦੇ ਫਿਰ ਚੰਦ ਦੇਣੀ ਹੈ। ਔਰ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਜੇ ਗਰੀਬ ਬਚਾਣੇ ਹੈ, ਤੁਸੀਂ ਤਾਂ ਗਰੀਬ ਨੂੰ ਮਾਰ ਕੇ ਗਰੀਬੀ ਹਟਾਉਣਾ ਚਾਹੁੰਦੇ ਹੋ। ਗਰੀਬੀ ਇੱਦਾਂ ਨਹੀਂ ਹਟੇਗੀ, ਲੇਕਿਨ ਇਹ ਹੈ ਵੀ ਕੋਈ ਨਾ ਕੋਈ ਐਸੀ ਪਾਲਿਸੀ ਲਿਆਵੇ ਸਰਕਾਰ, ਕੋਈ ਨਾ ਕੋਈ ਐਸੀ ਨੀਤੀ ਲਿਆਵੇ ਜਿਹਦੇ ਨਾਲ ਮਹਿੰਗਾਈ ਰੁਕੇ ਔਰ ਗਰੀਬ ਆਦਮੀ ਸੁੱਖ ਦਾ ਸਾਹ ਲੈ ਸਕੇ, 2-3 ਟਾਈਮ ਦੀ ਰੋਟੀ ਖਾ ਸਕੇ। ਸੋ ਅੱਜ ਲੁਧਿਆਣਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਵਪਾਰੀਆਂ ਤੋਂ ਮਹਿੰਗਾਈ ਦੇ ਉੱਤੇ ਚਰਚਾ ਕੀਤੀ ਗਈ ਔਰ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਸਰਕਾਰਾਂ ਨੂੰ ਅਪੀਲ ਕਰ ਰਹੇ ਨੇ ਲਗਾਤਾਰ ਵੀ ਮਹਿੰਗਾਈ ਤੇ ਕਿਤੇ ਨਾ ਕਿਤੇ ਬਹੁਤ ਨੁਕਸਾਨ ਹੋ ਰਿਹਾ ਆਮ ਲੋਕਾਂ ਦਾ ਔਰ ਵਪਾਰੀਆਂ ਦਾ, ਕਿਤੇ ਨਾ ਕਿਤੇ ਇਹਦੇ 'ਤੇ ਨੱਥ ਪੈਣੀ ਬਹੁਤ ਜ਼ਰੂਰੀ ਹੈ। ਆਉਣ ਵਾਲੇ ਟਾਈਮ 'ਤੇ ਦੇਖੇਗਾ ਕਿ ਵਪਾਰੀਆਂ ਨੂੰ ਕੀ ਸਹੂਲਤਾਂ ਦਿੰਦੀ ਹੈ ਸਰਕਾਰ। ਕੈਮਰਾਮੈਨ ਗਗਨ ਸਦੇਵਾ ਦੇ ਨਾਲ ਸਿੱਕੀ ਭਾਰਤੀ, ਲੁਧਿਆਣੇ ਤੋਂ।